ਪ੍ਰਭੂ ਜੀ ਜੋ ਸਾਡੇ ਤਾਰਨ ਵਾਸਤੇ ਸਾਡੇ ਜੀਵਨ 'ਚ ਸਕੂਨ ਦੇਣ ਵਾਸਤੇ ਬਚਨ ਕਰਦੇ ਨੇ, ਉਹ ਪਾਵਨ ਪਵਿੱਤਰ ਬਚਨ ਸਤਿਗੁਰਾਂ ਦੇ ਸੰਸਾਰ ਨੂੰ ਸਮਝਾਉਣ ਵਾਸਤੇ, ਸੰਸਾਰ ਨੂੰ ਮਾਰਗ 'ਤੇ ਚਲਾਉਣ ਵਾਸਤੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਬੜੇ ਪ੍ਰੇਮ ਦੇ ਨਾਲ ਆਪਣੀ ਰਚਨਾ ਤੋਂ ਉਚਾਰਨ ਕਰਕੇ ਆਪਣੀ ਰਚਨਾ ਦੇ ਅੰਦਰ ਸਾਨੂੰ ਢੰਗ ਤਰੀਕਾ ਸਮਝਾਉਂਦੇ ਨੇ। ਬਚਨਾਂ ਨੂੰ ਹਿਰਦੇ 'ਚ ਵਸਾਉਣਾ ਕਿਸ ਤਰ੍ਹਾਂ ਹੈ ਤੇ ਸਾਨੂੰ ਆਤਮਕ ਸਕੂਨ ਪ੍ਰਾਪਤ ਕਿਸ ਤਰ੍ਹਾਂ ਹੋਣਾ ਹੈ, ਭਾਈ ਗੁਰਦਾਸ ਸਾਹਿਬ ਸਮਝਾ ਰਹੇ ਨੇ। ਭਾਈ ਗੁਰਦਾਸ ਸਾਹਿਬ ਬੜੇ ਪ੍ਰੇਮ ਨਾਲ ਕਹਿੰਦੇ, ਸੰਸਾਰ ਦੇ ਵਿੱਚ ਕੋਈ ਆਦਮੀ ਐਸਤਾ ਕਰਕੇ ਥੋੜ੍ਹੀਆਂ ਵਸਤੂ ਇਕੱਠੀਆਂ ਕਰਕੇ ਕੱਖ ਕੰਡਾ ਇੱਕ ਛੰਨ ਬਣਾਉਂਦਾ ਹੈ, ਇੱਕ ਛੱਪਰ ਆਦ ਬਣਾਉਂਦਾ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਉਹਦੇ ਥੱਲੇ ਚਾਹੇ ਬਈ ਮੈਂ ਅੱਗ ਲਾ ਦੇਵਾਂ ਤੇ ਉਹ ਬਚਿਆ ਨਹੀਂ ਰਹਿ ਸਕਦਾ। ਅੱਗ ਦੇ ਲੱਗਣ ਨਾਲ ਹੀ ਉਹ ਸਾਰੇ ਦਾ ਸਾਰਾ ਨਸ਼ਟ ਹੋ ਜਾਂਦਾ ਹੈ। ਭਾਈ ਸਾਹਿਬ ਸਮਝਾਉਂਦੇ ਕਹਿੰਦੇ, ਤੈਨ ਤਿੰਨ ਮੇਲ ਜੈਸੇ ਸ਼ਾਨ ਸ਼ਾਇਤ ਪੁੰਨ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਬਈ ਤਿਨਕਾ ਕੱਖ ਕੰਡਾ ਇਕੱਠਾ ਕਰਕੇ ਜਿਸ ਤਰ੍ਹਾਂ ਕੋਈ ਛੰਨ ਬਣਾਉਂਦਾ ਹੈ, ਛਪਰੀ ਬਣਾ ਲੈਂਦਾ ਹੈ। ਭਾਈ ਸਾਹਿਬ ਕਹਿੰਦੇ ਫਿਰ ਅਗਨ ਪ੍ਰਕਾਸ਼ ਤਾਸ ਭਸਮ ਕਰਤ ਹੈ। ਤੇ ਅੱਗ ਜਿਹੜੀ ਹੈ, ਅੱਗ ਉਹਦੇ ਵਿੱਚ ਲਾ ਦਿੱਤੀ ਜਾਏ, ਬਾਲ ਦਿੱਤੀ ਜਾਏ ਤੇ ਅੱਗ ਪ੍ਰਜਵੱਲਤ ਹੁੰਦਿਆਂ ਸਾਰ ਉਹ ਸਾਰੀ ਮਿਹਨਤ ਮਸ਼ੱਕਤ ਬਣੀ ਬਣਾਈ ਛੰਨ ਝੌਪੜੀ ਛਪਰੀ ਸਾਰੀ ਦੀ ਸਾਰੀ ਸੜ ਕੇ ਸੁਆਹ ਹੋ ਜਾਏਗੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰ੍ਹਾਂ ਇਹ ਤਿਨਕਾ ਇਕੱਠਾ ਕਰਕੇ ਸਮੁੱਚੀ ਛੰਨ ਬਣਾਈ ਮਸਾਂ ਤੇ ਕਿਸੇ ਨੇ ਐਸਤਾ ਸੰਸਾਰ ਵਿੱਚ ਚੱਲਦਿਆਂ ਹੋਇਆਂ ਬਚਾ ਕੇ ਸਵਾਸ, ਬਚਾ ਕੇ ਸਮਾਂ ਆਪਣਾ ਜੀਵਨ ਬਣਾਉਣਾ ਆਰੰਭ ਕੀਤਾ। ਆਗਿਆ ਤ੍ਰਿਸ਼ਨਾ ਦੀ, ਆਗਿਆ ਵਿਕਾਰਾਂ ਦੀ, ਔਰ ਉਹਦੇ ਵਿੱਚ ਉਹ ਜਲਾ ਦਿੱਤੀ। ਉਹਨੇ ਸਾਰੀ ਸ਼ਰਧਾ ਪ੍ਰੇਮ ਬਣਿਆ ਬਣਾਇਆ ਜੀਵਨ, ਘਾਲੀ ਹੋਈ ਘਾਲਣਾ ਔਰ ਆਤਮਕ ਸਕੂਨ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ, ਨਸ਼ਟ ਕਰ ਦਿੱਤਾ। ਭਾਈ ਸਾਹਿਬ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਔਰ ਲੋਭ ਕ੍ਰੋਧ ਆਦ, ਇਹ ਅਗਨੀ ਨੇ ਜਿਹੜੀ ਆ ਨਾ ਇਸ ਬਣੇ ਹੋਏ ਕੱਖਾਂ ਦੇ ਮੰਦਰ ਦੇ ਅੰਦਰ ਔਰ ਉਹਨੂੰ ਸਾੜ ਕੇ ਸੁਆਹ ਕਰ ਦਿੱਤਾ। ਭਾਈ ਸਾਹਿਬ ਅਗਲਾ ਪ੍ਰਮਾਣ ਦਿੰਦੇ ਕਹਿੰਦੇ, ਸਿੰਧ ਕੇ ਕਿਨਾਰੇ ਬਾਲ ਗ੍ਰਹਿ ਬਾਲੂ ਗ੍ਰਹਿ ਬਾਲਕ ਰਚ ਤੋ ਜੈਸੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਮੁੰਦਰ ਦਾ ਕਿਨਾਰਾ ਹੋਵੇ, ਦਰਿਆ ਦਾ ਕਿਨਾਰਾ ਹੋਵੇ ਤੇ ਬੱਚੇ ਉੱਥੇ ਖੇਡਦੇ ਹੋਣ ਤੇ ਖੇਡਦੇ ਬੱਚੇ ਉੱਥੇ ਘਰ ਬਣਾ ਲੈਂਦੇ ਨੇ, ਘਰ ਔਰ ਨਿੱਕੇ ਕੋਠੇ ਬਣਾ ਲਏ, ਵਟਾਂ ਦੀਆਂ ਪਾ ਕੇ ਘਰ ਬਣਾ ਲਏ ਤੇ ਉਹ ਬਣਾਏ ਰੇਤਾ ਦੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਲਹਿਰ ਉਮੰਗ ਭੈ ਧੀਰ ਨਾ ਧਰਤ ਹੈ। ਜਦੋਂ ਉਛਾਲਾ ਆਇਆ ਸਮੁੰਦਰ ਅੰਦਰ, ਦਰਿਆ ਅੰਦਰ, ਨਦੀ ਅੰਦਰ, ਉਹ ਰੇਤਾ ਦੇ ਬਣੇ ਹੋਏ ਜਿਹੜੇ ਬੰਨ ਸਨ, ਜਿਹੜੇ ਘਰ ਸਨ, ਉਹ ਰੁਕ ਨਾ ਸਕੇ।
ਉਹ ਸਾਰੇ ਦੇ ਸਾਰੇ ਨਸ਼ਟ ਹੋ ਗਏ, ਧੀਰਜ ਨਾ ਧਰ ਸਕੇ। ਭਾਈ ਸਾਹਿਬ ਕਹਿੰਦੇ ਆ ਇਹ ਜੀਵਨ ਵੀ ਤੇਰਾ ਰੇਤਾ ਦਾ ਬਣਿਆ ਹੋਇਆ ਹੈ, ਉਸੇ ਕਦਰ ਇੱਕ ਘਰ ਬਣਿਆ ਹੋਇਆ ਤੇਰਾ, ਤੇ ਜਿੱਦਣ ਮੌਤ ਦਾ ਉਛਾਲਾ ਆਉਣਾ ਹੈ ਨਾ, ਤੇ ਯਾਦ ਰੱਖੀ ਇਹਨੇ ਧੀਰਜ ਨਹੀਂ ਧਾਰ ਕੇ ਰੁਕਣਾ, ਇਹਨੇ ਰੁੜ ਜਾਣਾ, ਇਹਨੇ ਖਤਮ ਹੋ ਜਾਣਾ ਹੀ। ਇਹ ਹੌਸਲਾ ਨਹੀਂ ਉਤਾਰਨ ਕਰਨਾ ਇਹਨੇ। ਜੈਸੇ ਬਨ ਵੇਖੈ ਮਿਲ ਬੈਠਤ ਅਨੇਕ ਮ੍ਰਿਗ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ, ਕਹਿੰਦੇ ਜਿਸ ਤਰ੍ਹਾਂ ਜੰਗਲ ਦੇ ਵਿੱਚ ਮਿਰਗਾਂ ਦੀ ਡਾਰ ਹੁੰਦੀ, ਮਿਰਗ ਇਕੱਠੇ ਹੋ ਕੇ ਬੈਠਦੇ, ਤੇ ਮਿਰਗ ਬੜੇ ਚੌਕੰਨੇ ਹੁੰਦੇ ਨੇ। ਹਿਰਨ ਜਦੋਂ ਬੈਠਦੇ, ਕਹਿੰਦੇ ਏਕ ਮ੍ਰਿਗ ਰਾਜ ਗਾਜੇ ਰਹਿਓ ਨਾ ਪਰ ਤਹ। ਕਹਿੰਦੇ ਨਾ ਮਿਰਗ ਰਾਜ ਦਾ ਅਰਥ ਸ਼ੇਰ, ਤੇ ਕਿਸੇ ਪਾਸਿਓ ਸ਼ੇਰ ਦਹਾੜੇ, ਸ਼ੇਰ ਦੀ ਗਰਜਨਾ ਹੋਵੇ, ਸ਼ੇਰ ਦੀ ਆਵਾਜ਼ ਆ ਜਾਵੇ, ਤੇ ਸਾਰੇ ਦੇ ਸਾਰੇ ਖਿੰਡ ਪੁੰਡ ਜਾਂਦੇ ਨੇ। ਧੀਰਜ ਇਹਨਾਂ ਚੋਂ ਹੌਸਲਾ ਕੋਈ ਨਹੀਂ ਧਰਦਾ, ਇਹਨਾਂ ਦੇ ਅੱਗੇ ਕੋਈ ਅਟਕ ਨਹੀਂ ਸਕਦਾ। ਸੰਸਾਰ ਦੇ ਜੀਵ ਬਾਨੂ ਬੰਨਦੇ ਰਹਿ ਜਾਂਦੇ ਨੇ, ਆ ਹੋ ਜਾਏਗਾ ਉਹ ਹੋ ਜਾਏਗਾ। ਜਦੋਂ ਜਿਸ ਤਰ੍ਹਾਂ ਸ਼ੇਰ ਹਮਲਾ ਮਿਰਗਾਂ ਤੇ ਕਰਦਾ ਹੈ, ਤੇ ਉਹ ਜਿਸ ਤੇ ਹਮਲਾ ਕੀਤਾ ਨਾ, ਡਾਰ ਸਾਰੀ ਭੱਜ ਜਾਂਦੀ ਹੈ, ਤੇ ਜਿਹੜਾ ਅੜਕ ਕੇ ਆ ਜਾਂਦਾ ਹੈ ਉਹਦੀ ਜਾਨ ਦੀ ਖੈਰ ਨਹੀਂ ਹੁੰਦੀ। ਸੰਸਾਰ ਦੇ ਜੀਵਾਂ ਦੀਆਂ ਸਲਾਹਾਂ ਨੇ ਬਹੁਤੀਆਂ, ਪਰ ਜਦੋਂ ਮੌਤ ਦਾ ਸ਼ੇਰ ਆ ਕੇ ਹਮਲਾ ਕਰਦਾ ਹੈ ਨਾ, ਮੌਤ ਹਮਲਾ ਕਰਦੀ ਏ, ਉਦੋਂ ਇਹ ਡਾਰਾਂ ਚੋਂ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੁੰਦਾ। ਜਿਹੜਾ ਅੜ ਕੇ ਆ ਜਾਂਦਾ ਹੈ, ਫਿਰ ਉਹ ਲਪੇਟਿਆ ਜਾਂਦਾ ਉਹਦੇ ਵਿੱਚ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਸ਼ੇਰ ਦੇ ਅੱਗੇ ਮਿਰਗਾਂ ਦੀ ਡਾਰ ਨਹੀਂ ਰੁਕਦੀ, ਔਰ ਪਾਣੀ ਦੇ ਵਹਾਅ ਲਹਿਰ ਦੇ ਅੱਗੇ ਰੇਤਾ ਦੇ ਬਣਾਏ ਹੋਏ ਘਰ ਨਹੀਂ ਰੁਕਦੇ, ਅਗਨੀ ਦੇ ਅੱਗੇ ਬਣੀ ਹੋਈ ਕੱਖਾਂ ਦੀ ਛੰਨ ਜਿਹੜੀ ਏ ਕਦੇ ਵੀ ਨਹੀਂ ਰਹਿ ਸਕਦੀ। ਭਾਈ ਸਾਹਿਬ ਕਹਿੰਦੇ ਦ੍ਰਿਸ਼ਟ ਸ਼ਬਦ ਆਰ ਸੁਰਤ ਧਿਆਨ ਗਿਆਨ। ਕਹਿੰਦੇ ਇਸੇ ਤਰ੍ਹਾਂ ਸੰਸਾਰ ਵਿੱਚ ਰੱਬ ਦੇ ਮਾਰਗ ਤੇ ਚੱਲਦੇ ਆ, ਦ੍ਰਿਸ਼ਟੀ ਨੂੰ ਸੰਕੁਚਨਾ, ਬਾਹਰੋਂ ਅੰਦਰ ਸੁਰਤ ਨੂੰ ਸ਼ਬਦ ਵਿੱਚ ਜੋੜਨਾ, ਦ੍ਰਿਸ਼ਟੀ ਬਾਹਰੋਂ ਸੰਕੋਚ ਕੇ ਧਿਆਨ ਪ੍ਰਭੂ ਦਾ ਧਰਨਾ, ਤੇ ਸ਼ਬਦ ਸੁਰਤ ਦੇ ਮਲਾਪ ਵਿੱਚੋਂ ਪ੍ਰਕਾਸ਼ ਗਿਆਨ ਪ੍ਰਭੂ ਦਾ ਪ੍ਰਗਟ ਕਰਨਾ। ਪ੍ਰਗਟੇ ਅੰਦਰ ਜਦੋਂ ਇਹ ਪ੍ਰਗਟ ਹੋ ਜਾਵੇ, ਤੇ ਜਪਦਿਆਂ ਪਰਮਾਤਮਾ ਕਹਿੰਦੇ ਪ੍ਰਗਟੇ ਪੂਰਨ ਪ੍ਰੇਮ ਸਗਲ ਰਹਿਤ ਹੈ। ਇਹ ਸਾਰੀਆਂ ਚੀਜ਼ਾਂ ਪਰਮਾਤਮਾ ਨੂੰ ਪ੍ਰਗਟ ਕਰਨ ਲਈ ਸਾਧਨ ਨੇ। ਗਿਆਨ, ਧਿਆਨ, ਸੁਰਤ ਔਰ ਦ੍ਰਿਸ਼ਟੀ ਦਾ ਸੰਕੋਚਨਾ, ਧਿਆਨ ਧਰਨਾ, ਸ਼ਬਦ, ਤੇ ਜਦੋਂ ਅੰਦਰ ਬ੍ਰਹਮ ਪ੍ਰਗਟ ਹੋ ਜਾਏ, ਇਹ ਸਾਰੇ ਰਹਿਤ ਹੋ ਜਾਂਦੇ ਨੇ। ਸਾਧਨਾ ਤੋਂ ਰਹਿਤ ਹੋ ਜਾਂਦਾ, ਕਿਉਂਕਿ ਉਹ ਖੁਦ ਖੁਦਾ ਹੋ ਜਾਂਦਾ ਹੈ, ਪਰਮਾਤਮਾ ਦਾ ਰੂਪ ਹੋ ਜਾਂਦਾ, ਪਰਮਾਤਮਾ ਵਿੱਚ ਮਿਲ ਜਾਂਦਾ ਹੈ। ਭਾਈ ਸਾਹਿਬ ਔਰ ਅਗਲੇ ਕਵਿਤ ਦੁਆਰਾ ਕਿਰਪਾ ਕਰਦੇ ਨੇ, ਕਹਿੰਦੇ ਚੰਦਨ ਕੀ ਬਾਸ ਜੈਸੇ ਦੀਜੀਆ ਤਬਾਬੂਰ ਦਰੋਮਾ। ਕਹਿ ਲੱਗੇ ਜਿਸ ਤਰ੍ਹਾਂ ਚੰਦਨ ਦੀ ਵਾੜ, ਕੋਈ ਚੰਦਨ ਨੂੰ ਕੱਟ ਕੇ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਬਬੂਲ ਕਹੀਏ ਬਈ ਕਿਕਰਾਂ ਦੇ ਆਲੇ ਉਦਾਲੇ ਵਾੜ ਕਰੀ ਜਾਵੇ। ਵਾੜ ਤਾਂ ਕਿਕਰਾਂ ਦੀ, ਮਲਿਆਂ ਦੀ ਖੇਤੀ ਨੂੰ ਜਾਂ ਚੰਗੀਆਂ ਚੀਜ਼ਾਂ ਨੂੰ ਕਰੀ ਦੀ, ਪਰ ਉਹ ਚੰਦਨ ਨੂੰ ਕੱਟੇ ਤੇ ਕੱਟ ਕੇ ਜਿਹੜੀ ਵਾੜ ਆ ਉਹ ਔਰ ਇਸ ਕਿਕਰਾਂ ਦੇ ਖੇਤ ਨੂੰ ਕਰੀ ਜਾਵੇ। ਤੇ ਭਾਈ ਸਾਹਿਬ ਕਹਿੰਦੇ ਕੰਚਨ ਸੰਪਟ ਮਧ ਕਾਚ ਗਹਿ ਰਾਖੀਐ। ਕਹਿੰਦੇ ਸੋਨੇ ਦਾ ਹੋਵੇ ਮਰਦਬਾਨ, ਤੇ ਸੋਨੇ ਦਾ ਡੱਬਾ ਬਣਾ ਕੇ ਉਹਦੇ ਵਿੱਚ ਕੱਚ ਰੱਖਿਆ ਜਾਵੇ, ਕੱਚ ਦੀਆਂ ਵਸਤੂ,
ਇਹ ਤਾਂ ਗੱਲ ਬਣ ਆਉਂਦੀ ਆ ਬਈ ਕੋਈ ਚੰਦਨ ਨੂੰ ਕਿੱਕਰਾਂ ਦੀ ਵਾੜ ਕਰੇ ਕੱਟ ਕੱਟ ਕੇ, ਇਹ ਗੱਲ ਤਾਂ ਸਮਝ ਆਉਂਦੀ ਵੀ ਔਰ ਕੱਚ ਦਾ ਮਰਦਬਾਨ ਹੋਵੇ, ਡੱਬਾ ਹੋਵੇ, ਉਹਦੇ ਵਿੱਚ ਸੋਨਾ ਰੱਖਿਆ ਜਾਵੇ। ਪਰ ਇਹ ਉਲਟੀ ਗੱਲ ਆ ਕਿ ਸੋਨੇ ਦਾ ਡੱਬਾ ਬੰਦ ਕੱਚ ਵਿੱਚ ਕਰਕੇ ਰੱਖਿਆ ਔਰ ਕਿੱਕਰਾਂ ਦਾ ਖੇਤ ਤੇ ਉਹਨੂੰ ਕੱਟ ਕੱਟ ਕੇ ਚੰਦਨ ਦੀ ਵਾੜ ਕਰਦਾ ਪਿਆ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ, ਜੈਸੇ ਹੰਸ ਪਾਸ ਬੈਠ ਬਾਇ ਸੁਗਰ ਬੁਕਰ। ਕਹਿੰਦੇ ਹੰਸ ਦੇ ਕੋਲ ਕਾਉ ਬੈਠ ਗਿਆ, ਕਾਉ। ਇਹ ਤਾਂ ਬਣ ਆਉਂਦਾ ਵੀ ਹੰਸ ਆਪਣੇ ਗੁਨਾਹ ਕਰਕੇ, ਆਪਣੀ ਜਗ੍ਹਾ ਕਰਕੇ, ਆਪਣੀ ਪਵਿੱਤਰਤਾ ਕਰਕੇ ਕਾਉ ਤੇ ਪ੍ਰਭਾਵ ਪਾਵੇ। ਪਰ ਕਹਿੰਦੇ ਹੋਇਆ ਉਲਟਾ, ਬਈ ਕਾਉ ਜਿਹੜਾ ਹੈ ਨਾ ਉਹ ਹੰਸ ਨੂੰ ਦਬਾਉਣਾ ਚਾਹੁੰਦਾ ਹੈ ਔਰ ਹੰਕਾਰ ਦੇ ਨਾਲ ਉਹਨੂੰ ਪਛਾੜਨਾ ਚਾਹੁੰਦਾ ਹੈ ਔਰ ਉਹਨੂੰ ਦਬਾਉਣਾ ਚਾਹੁੰਦਾ ਹੈ। ਹੰਸ ਨੂੰ ਕਾਂ ਮ੍ਰਿਗ ਪਤ ਭਵਨ ਬਜੰਪੁਕ ਬਿਲਾਖੀਐ। ਸ਼ੇਰ ਦਾ ਹੋਵੇ ਘੋਰਨਾ, ਜਿੱਥੇ ਸ਼ੇਰ ਰਹਿੰਦਾ ਤੇ ਗਿੱਦੜ ਆ ਕੇ ਸ਼ੇਰ ਨੂੰ ਭਜਾ ਕੇ ਉਸ ਘੋਰਨੇ ਦੇ ਵਿੱਚ ਰਹਿਣਾ ਚਾਹਵੇ। ਇਹ ਤਾਂ ਬਣ ਆਉਂਦਾ ਬਈ ਸ਼ੇਰ ਦੀ ਭਬਕ ਨੂੰ ਸੁਣ ਕੇ ਗਿੱਦੜ ਆਦ ਭੱਜ ਜਾਂਦੇ ਤੇ ਉਹਦੇ ਘੋਰਨੇ ਵਿੱਚ ਸ਼ੇਰ ਜਾ ਰਵੇ। ਪਰ ਇਹ ਉਲਟਾ ਕੰਮ ਹੋਣ ਲੱਗਾ। ਭਾਈ ਸਾਹਿਬ ਕਹਿੰਦੇ ਬਈ ਔਰ ਸ਼ੇਰ ਦੇ ਘੋਰਨੇ ਵਿੱਚ ਗਿੱਦੜ ਜਾ ਕੇ ਇੱਛਕ ਹੋ ਜਾਵੇ, ਮੈਂ ਰਹਾਂਗਾ। ਤੀਜਾ ਪ੍ਰਮਾਣ ਦਿੰਦੇ, ਜੈਸੇ ਗਰਦਬ ਗੱਜ ਪ੍ਰਤ ਉਪਹਾਸ ਕਰੇ। ਕਹਿੰਦੇ ਗਧਾ ਰੂੜੀਆਂ ਤੇ ਫਿਰਨ ਵਾਲਾ ਤੇ ਉਹ ਜਿਹੜਾ ਹਾਥੀ ਦੇ ਉੱਪਰ ਮਸ਼ਕਰੀਆਂ ਕਰੇ, ਜਾ ਕੇ ਮਸ਼ਕਰੀਆਂ ਕਿ ਤੈਨੂੰ ਕੀ ਪਤਾ, ਦੇਖ ਸਾਰਾ ਕੁਝ ਮੈਨੂੰ ਹੀ ਪਤਾ। ਭਾਈ ਸਾਹਿਬ ਕਹਿੰਦੇ, ਚੱਕਰ ਵੈ ਕੋ ਚੋਰ ਡਾਂਟੈ ਦੁੱਧ ਮਦ ਮਾਖੀਐ। ਚੱਕਰਵਰਤੀ ਬਾਦਸ਼ਾਹ ਹੋਵੇ ਤੇ ਉਹਨੂੰ ਤਾੜਨਾ ਕਰੇ, ਉਹਨੂੰ ਝਿੜਕਣਾ ਕਰੇ। ਕੌਣ? ਚੋਰ। ਚੋਰ ਉਹਨੂੰ ਝਿੜਕੇ, ਕੰਮ ਉਲਟੇ ਹੋਵਣ ਤੇ ਦੁੱਧ ਦੇ ਉੱਪਰ ਮਦ ਮਾਖੀ ਹੈ, ਮਧੂ ਮੱਖੀ ਜਿਹੜੀ ਆ ਉਹ ਖਿਜੇ, ਦੁੱਧ ਨੂੰ ਮਾੜਾ ਚੰਗਾ ਕਹਿਣ ਲੱਗੇ, ਉਹਨੂੰ ਨਿੰਦੇ। ਭਾਈ ਸਾਹਿਬ ਚੌਥਾ ਪ੍ਰਮਾਣ ਦਿੰਦੇ, ਕਹਿੰਦੇ ਸਾਧਨ ਨੂੰ ਦੁਹਰਾਏ ਕੈ ਅਸਾਧ ਅਪਰਾਧ ਕਰੇ। ਕਹਿੰਦੇ ਜਿਵੇਂ ਇਹ ਉਲਟੇ ਕੰਮ ਹੋ ਰਹੇ ਨਾ, ਉੱਪਰ ਗਿਣੇ ਤਿੰਨ ਪ੍ਰਮਾਣਾਂ ਅੰਦਰ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਹੜੇ ਜੀਵਨ ਜਿਨ੍ਹਾਂ ਨੇ ਸਵਾਰਿਆ, ਸੁਧਾਰਿਆ, ਭਲੇ ਮਾਰਗ ਤੇ ਚੱਲਣ ਵਾਲੇ ਸਾਧੂ ਜਨ, ਗੁਰ ਸਿੱਖ, ਰੱਬ ਦੇ ਪਿਆਰੇ, ਕਹਿੰਦੇ ਉਹਨਾਂ ਦੇ ਗੁਣਾਂ ਨੂੰ ਪਿੱਛੇ ਹਟਾ ਕੇ ਅਵਗਣਿਆਰਾ ਉਹਨਾਂ ਦੀ ਨਿੰਦਾ ਕਰਦਾ, ਉਹਨਾਂ ਦੇ ਵਿੱਚ ਅਪਰਾਧ ਦੋਸ਼ ਆਰੋਪ ਦਾ। ਜਿਵੇਂ ਇਹ ਉੱਪਰਲੀਆਂ ਗੱਲਾਂ ਬਣ ਨਹੀਂ ਆਉਂਦੀਆਂ, ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਉਹ ਨਹੀਂ ਬਣ ਆਉਂਦਾ। ਸਾਧਨ ਦੁਹਰਾਏ, ਸਾਧਨ ਨੂੰ ਦੁਹਰਾਏ ਕਿ ਆਸਾਧ ਅਪਰਾਧ ਕਰੇ। ਸ਼ੁਭ ਵਸਤੂਆਂ ਨੂੰ, ਗੁਣਾਂ ਨੂੰ ਜਿਹੜਾ ਦੁਹਰਾਏ, ਛਪਾ ਕੇ ਅਪਰਾਧ ਕਰੇ, ਔਗਣ ਕਰੇ, ਮਾੜਾਪਨ ਅੱਗੇ ਲਿਆਵੇ। ਉਲਟੀ ਹੈ ਚਾਲ ਕਲੀ ਕਲ ਭ੍ਰਮ ਭਖੀਐ। ਕਹਿੰਦੇ ਕਲਯੁਗ ਦਾ ਸਮਾਂ ਉਲਟੀ ਚਾਲ ਪੈ ਗਈ, ਪੁੱਠੀ ਪੈ ਗਈ। ਭਲੇ ਨੂੰ ਮੰਦਾ ਕਹਿਣ ਲੱਗ ਪਏ, ਭਲਾ ਕਰਨ ਵਾਲੇ ਨੂੰ ਬੁਰਾ ਕਹਿਣ ਲੱਗ ਪਏ, ਭਲੀਆਂ ਗੱਲਾਂ ਕਰਨ ਵਾਲੇ ਨੂੰ ਮਾੜਾ ਕਹਿਣ ਲੱਗ ਪਏ। ਤੇ ਜਿਹੜਾ ਮਾੜਾ ਕਹਿੰਦਾ, ਜਿਹੜਾ ਮਾੜਾ ਕਰਦਾ, ਉਹਦੇ ਤੋਂ ਸਾਰੇ ਚੁੱਪ ਵੱਟ ਜਾਂਦੇ, ਚੁੱਪ ਵੱਟ ਜਾਂਦੇ। ਹੋ ਵੀ ਇਹੀ ਰਿਹਾ, ਕੋਈ ਚੰਗੇ ਪਾਸੇ ਬੰਦਾ ਚੱਲਦਾ ਹੋਵੇ ਨਾ, ਚੰਗੇ ਪਾਸੇ, ਸਾਰਿਆਂ ਦੀ ਫਿਦਰਤ ਇਹ ਆ, ਉਹਦੇ ਤੋਂ ਤੁਰੇ ਜਾਂਦੇ ਤੋਂ ਕਿਤੇ ਜਾਣੇ ਅਣਜਾਣੇ ਗੁਸਤਾਖੀ ਹੋ ਜਾਵੇ ਤੇ ਫਿਰ ਅਸੀਂ ਉਹਦਾ ਉਹ ਹਾਲ ਕਰਦੇ ਹਾਂ ਜਿਹੜਾ ਵੀ ਕਦੇ ਨਾ ਕੀਤਾ ਹੋਵੇ। ਕਦੇ ਨਹੀਂ ਕਹਿੰਦੇ ਵੀ ਸੰਭਲ ਸੱਜਣਾ, ਡਿੱਗ ਪਿਆ ਕੋਈ ਨਹੀਂ ਸੰਭਲ। ਇੰਨਾ ਕੁ ਉਹਦਾ ਬੁਰਾ ਹਾਲ ਕਰਦੇ ਵੀ ਉਹ ਮੁੜ ਕੇ ਸਤ ਸੰਗਤ ਤੇ ਔਰ ਗੁਰਦੁਆਰੇ, ਮੰਦਰ, ਮਸਜਿਦ ਵੱਲ ਨੂੰ ਮੂੰਹ ਨਹੀਂ ਕਰਦਾ ਹੁੰਦਾ। ਛੱਡੋ ਯਾਰ, ਮੈਂ ਪਾਪ ਕਰਤਾ ਇਸ ਪਾਸੇ ਆ ਕੇ। ਤੇ ਜਿਹੜਾ ਦੂਜਾ ਹੋਵੇ ਮਾੜਾ, ਉਹਦੇ ਵੱਲ ਵੇਖ ਕੇ ਅਸੀਂ ਦੇਖ ਨਾ ਦੇਖ ਕਿਵੇਂ ਇਹ ਕਰਦਾ ਆ, ਉਹਦੇ ਤੇ ਸਾਨੂੰ ਕੋਈ ਨਹੀਂ, ਅਸੀਂ ਉਹਦੇ ਨਾਲ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਵੀ ਇਹ ਹਾਲਾਤ ਏ,
ਤਾੜਨਾ ਜਿੱਥੇ ਕਰਨੀ ਸੀ ਉਹਨੂੰ ਕੀਤੀ ਨਹੀਂ, ਤੇ ਜਿੱਥੇ ਨਹੀਂ ਸੀ ਕਰਨੀ ਉਹਨੂੰ ਕੀਤੀ, ਉਹਨੂੰ ਪਿੱਛੇ ਨੂੰ ਰੋਕਿਆ ਹੁੰਦਾ, ਮੇਰੇ ਤੋਂ ਇਸ ਪਾਸੇ ਪੈਰ ਰੱਖ ਕੇ ਚੰਗਾ ਕਰਦਿਆਂ ਹੋਇਆ ਮੇਰੇ ਤੋਂ ਮਾੜਾ ਹੋ ਗਿਆ। ਐਨੀ ਬੇਇੱਜ਼ਤੀ, ਐਨੀ ਬੇਇੱਜ਼ਤੀ। ਜਿਹਨੇ ਮਾੜਾ ਕੀਤਾ ਹੈ ਉਹਨੂੰ ਕੁਛ ਨਹੀਂ ਕਿਹਾ। 100 ਬੰਦਾ ਕਿਤੇ ਖੜਾ ਹੋਵੇ, ਉੱਥੇ ਇੱਕ ਦਾ ਦੂਜਾ ਖੜੇ, ਉਹਦੇ ਲਈ ਸਾਰੇ ਚੱਕਣਗੇ, ਬਈ ਇਹ ਕੀ ਆ, ਇਹ ਕੀ ਕਰਨ ਲੱਗ ਪਿਆ। ਭਾਈ ਸਾਹਿਬ ਕਹਿੰਦੇ ਔਰ ਇਹ ਕਲਯੁਗ, ਕਲਯੁਗ ਕਿੱਥੇ ਵਿਆਪਦਾ ਹੈ, ਕਲਯੁਗ ਕਿੱਥੇ ਵਿਆਪਦਾ ਹੈ। ਔਰ ਕੀ ਦਰਖਤਾਂ ਨੂੰ, ਸਤਯੁਗ ਵਿੱਚ ਟਾਹਲੀ ਟਾਹਲੀ ਸੀ, ਕਿੱਕਰ ਕਿੱਕਰ ਸੀ, ਅਮਰੂਦ ਅਮਰੂਦ ਸੀ, ਅਨਾਰ ਅਨਾਰ ਸੀ, ਸਾਰੇ ਕਣਕ ਕਣਕ ਸੀਗੀ, ਮੱਕੀ ਮੱਕੀ ਸੀਗੀ ਸਤਯੁਗ ਵਿੱਚ। ਤੇ ਅੱਜ ਕਲਯੁਗ ਜੇ ਜੋਗੇ ਤੇ ਅੱਜ ਕੀ ਆ, ਅੱਜ ਵੀ